ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਹੋਏਗਾ ਨਾ, ਮੇਰੀ ਇੱਕ ਗੱਲ ਜ਼ਿੰਦਗੀ ਦੀ ਯਾਦ ਰੱਖਿਆ ਜੇ, ਉਹ ਤੁਹਾਡੀ ਬਰਾਦਰੀ 'ਚ, ਤੁਹਾਡੇ ਮਹੱਲੇ 'ਚ, ਤੁਹਾਡੇ ਇਲਾਕੇ 'ਚ ਤੁਹਾਡਾ ਆਪਣਾ ਰਿਸ਼ਤੇਦਾਰ ਹੈ, ਦੂਸਰਾ ਬੰਦਾ ਨਹੀਂ ਹੁੰਦਾ। ਭਾਈ ਜਿੰਨੀ ਦੇਰ ਤੱਕ ਬੰਦੇ ਨੂੰ ਠੋਕਰ ਨਾ ਲੱਗੇ, ਬੰਦਾ ਠਾਕਰ ਨਹੀਂ ਜੇ ਬਣਦਾ। ਇਹ ਧੀਆਂ ਭੈਣਾਂ ਦੇ ਦਰਦ ਕੀ ਹੁੰਦੇ ਨੇ, ਮੇਰਾ ਇਲਾਕਾ ਅੱਛੇ ਤਰੀਕੇ ਨਾਲ ਮੈਨੂੰ ਸੁਣਦਾ ਆ। ਦੁੱਖ ਦਰਦ, ਧੀਆਂ ਦੇ ਘਰ ਉਜੜੇ, ਉਹਨਾਂ ਨੂੰ ਆਪਣੇ ਘਰੇ ਲੈ ਕੇ ਆਏ। ਕੋਈ ਵੀ ਐਸਾ ਇਨਸਾਨ ਨਹੀਂ ਮਿਲਿਆ ਜਿਹਨੇ ਦਿਸਾੜ ਨਾ ਕੀਤਾ ਹੋਵੇ। ਤੁਸੀਂ ਕਿਸੇ ਵੀ ਕੰਮ ਵਿੱਚ ਜਦੋਂ ਅੱਗੇ ਆਉਣਾ ਨਾ, ਤੇ ਬਾਈ ਤੁਹਾਡੇ ਤੇ ਕਿਸੇ ਨੇ ਬੰਦੇ ਨੇ ਖੁਸ਼ ਨਹੀਂ ਹੋਣਾ। ਉਹਦੇ ਵਿੱਚ ਇਸ ਟਾਈਮ 100 ਦੇ ਵਿੱਚੋਂ 90% ਸਾਡਾ ਇਹ ਰੂਟੀਨ ਹੈ ਕਿ ਸਾਡੀਆਂ ਬੱਚੀਆਂ ਆਪਣੀ ਇੱਜ਼ਤ ਦਾ ਖਿਆਲ ਨਹੀਂ ਕਰਦੀਆਂ, ਕਿਸੇ ਦੇ ਧੋਖੇ 'ਚ ਆ ਜਾਂਦੀਆਂ ਜਾਂ ਕਿਸੇ ਦੇ ਦਿਖਾਵੇ ਵਿੱਚ ਆ ਕੇ ਤੇ ਆਪਣੀ ਇੱਜ਼ਤ ਦਾ ਜਨਾਜ਼ਾ ਕੱਢਦੀਆਂ। ਲੇਕਿਨ ਉਹਨਾਂ ਵਾਸਤੇ ਮੇਰਾ ਇਹ ਮੈਸੇਜ ਹੈ ਕਿ ਤੁਸੀਂ ਆਪਣੀ ਇੱਜ਼ਤ ਦਾ ਜਨਾਜ਼ਾ ਨਹੀਂ ਜੇ ਕੱਢਿਆ। ਕਿਸੇ ਵੀ ਬਸ਼ਰ ਦੇ ਨਾਲ ਯਾਰੀ ਲਾਉਣ ਤੋਂ ਪਹਿਲਾਂ, ਅੱਖ ਲੜਾਉਣ ਤੋਂ ਪਹਿਲਾਂ ਜਾਂ ਕਿਸੇ ਨਾਲ ਸੌਣ ਤੋਂ ਪਹਿਲਾਂ ਇੱਕ ਗੱਲ ਜ਼ਿਹਨ 'ਚ ਰੱਖਿਆ ਕਰੋ ਕਿ ਤੁਹਾਨੂੰ ਤਾਂ ਕਿਆਮਤ ਨੀਂਦ ਨਹੀਂ ਆਉਣੀ। ਮੈਂ ਭੈਣਾਂ ਨੂੰ ਇੱਕ ਮੈਸੇਜ ਦਾਂਗਾ ਕਿ ਧੀਆਂ ਭੈਣਾਂ ਸਾਰੀਆਂ ਮੇਰੀ ਗੱਲ ਨੂੰ ਘੋਲ ਕੇ ਆਪਣੇ ਕੰਨ 'ਚ ਪਾ ਲਓ। ਕੋਈ ਕਿਸੇ ਦਾ ਸਕਾ ਨਹੀਂ ਹੁੰਦਾ, ਜਿਹਨਾਂ ਤੁਹਾਨੂੰ ਜੰਮਿਆ ਪਾਲਿਆ ਪੋਸਿਆ ਜਵਾਨ ਕੀਤਾ, ਉਹਨਾਂ ਤੁਹਾਡੇ ਬੜੇ ਫਿਕਰ ਨੇ। ਪਰਦੇਸੀ ਭਰਾ ਬੈਠੇ ਨੇ ਨਾ, ਉਹ ਇਹ ਸੋਚ ਕੇ ਆਪਣੀਆਂ ਬੀਵੀਆਂ ਦੇ ਕੋਲੋਂ ਦੂਰ ਬੈਠੇ ਨੇ ਜੀ, ਅਸੀਂ ਆਪਣੇ ਬੀਵੀਆਂ ਬੱਚਿਆਂ ਲਈ ਬੈਠੇ ਹਾਂ। अस्सलामुअलैकुम दोस्तों, ਅੱਜ ਅਸੀਂ ਮੌਜੂਦ ਹਾਂ ਜੀ ਇੱਕ ਮਸ਼ਹੂਰ ਮਰੂਫ ਸ਼ਖਸੀਅਤ ਜਿਹੜੀ ਕਿਸੇ ਵੀ ਤਾਰਫ ਦੀ ਮਹਤਾਜ ਨੇ ਜੀ। ਪੰਜਾਬ ਦੇ ਮਸ਼ਹੂਰ ਟਿਕਟੋਕਰਾਂ ਦੇ ਵਿੱਚ ਇਹਨਾਂ ਦਾ ਨਾਮ ਆਉਂਦਾ ਜੀ, ਤੇ ਟਿਕਟੋਕ ਤੇ ਬਹੁਤ ਜ਼ਿਆਦਾ ਫੈਨ ਫੋਲੋਇੰਗ ਇਹਨਾਂ ਦੀ। ਵਸੀਮ ਗੁੱਜਰ ਭਾਈ, ਜਿਹੜੇ ਕਿ ਬਹੁਤ ਵਧੀਆ ਗੱਲਾਂ ਕਰਦੇ ਨੇ, ਧੀਆਂ ਭੈਣਾਂ ਦੇ ਬਾਰੇ ਪੋਇਟਰੀ ਵੀ ਲਿਖਦੇ ਨੇ, ਬਹੁਤ ਸੋਹਣੀਆਂ ਗੱਲਾਂ ਕਰਦੇ ਨੇ। ਤੇ ਅੱਜ ਅਸੀਂ ਇਹਨਾਂ ਕੋਲ ਆਏ ਹਾਂ ਤੇ ਅੱਜ ਅਸੀਂ ਇਹਨਾਂ ਕੋਲ ਜਾਣਾਂਗੇ ਇਹਨਾਂ ਦੀ ਜ਼ਿੰਦਗੀ ਦੇ ਬਾਰੇ ਕਿ ਇਹਨਾਂ ਨੇ ਜਿਹੜਾ ਸਫ਼ਰ ਸ਼ੁਰੂ ਕੀਤਾ, ਕਿਸ ਤਰ੍ਹਾਂ ਸ਼ੁਰੂ ਕੀਤਾ, ਕਿੱਦਾਂ ਇਹਨਾਂ ਨੂੰ ਖਿਆਲ ਆਇਆ ਕਿ ਟਿਕਟੋਕ ਤੇ ਵੀ ਕੰਮ ਕਰਨ ਤੇ ਚੰਗੀਆਂ ਗੱਲਾਂ ਲੋਕਾਂ ਤੱਕ ਪਹੁੰਚਾਉਣ। ਸਾਰੀ ਮਾਲੂਮਾਤ ਲਾਂਗੇ ਅਸੀਂ ਵਸੀਮ ਗੁੱਜਰ ਭਾਈ ਦੇ ਕੋਲੋਂ ਜੀ। अस्सलाम वालेकुम। ਵਾਲੇਕੁਮ ਸਲਾਮ ਜੀ। ਅੱਛਾ ਵਸੀਮ ਭਾਈ, ਸਭ ਤੋਂ ਪਹਿਲੇ ਬਹੁਤ ਸ਼ੁਕਰੀਆ ਜੀ ਤੁਹਾਡਾ, ਜਿਹੜਾ ਕੀਮਤੀ ਵਕਤ ਸਾਨੂੰ ਤੁਸੀਂ ਦੇ ਰਹੇ ਹੋ। ਅੱਛਾ ਵਸੀਮ ਭਾਈ, ਜਿਹੜਾ ਵੀ ਇੰਟਰਵਿਊ ਹੁੰਦਾ ਸਟਾਰਟਿੰਗ ਤੋਂ ਪਹਿਲਾ ਕੁਐਸਚਨ ਆਹੀ ਹੁੰਦਾ ਕਿ ਤੁਸੀਂ ਆਪਣਾ ਜਿਹੜਾ ਆਗਾਜ਼ ਹੈ ਟਿਕਟੋਕ ਦਾ ਕਿਸ ਤਰ੍ਹਾਂ ਲਿਆ? ਜੀ ਮੈਂ ਜੀ ਟਿਕਟੋਕ ਦਾ ਮੈਨੂੰ ਬੇਸਿਕਲੀ ਐਡਾ ਜ਼ਿਆਦਾ ਸ਼ੌਕ ਤਾਂ ਨਹੀਂ ਸੀ ਆਖਰ। ਸੋ ਮੇਰਾ ਇੱਕ ਦੋਸਤ ਸੀ, ਉਹਨੂੰ ਬਹੁਤ ਜ਼ਿਆਦਾ ਨਾ ਇਸ ਚੀਜ਼ ਦਾ ਜਨੂਨ ਸੀ। ਤੁਸੀਂ ਕਹਿ ਸਕਦੇ ਜੀ ਬਹੁਤ ਜ਼ਿਆਦਾ ਸ਼ੌਕ ਦੇ ਵਿੱਚ ਚੂਰ ਸੀ। ਤੇ ਉਹਦੀ ਕੋਈ ਵੀਡੀਓ ਨਹੀਂ ਸੀ ਕਿ ਐਡੀ ਜ਼ਿਆਦਾ ਲੱਗ ਰਹੀ, ਤੇ ਅਸੀਂ ਉਹਦੇ ਹਵਾਲੇ ਨਾਲ ਇੱਕ ਫੇਮਸ ਟਿਕਟੋਕਰ ਦੇ ਕੋਲ ਗਏ ਆ। ਉਹਨੇ ਸਾਨੂੰ ਅੱਗੋਂ ਗੁੱਤਨ ਤੇ ਕੀਤੀ ਜਾਂ ਜਿੱਦਾਂ ਵੀ ਲਾ ਲਓ ਕਿ ਸਾਨੂੰ ਆਪਣੇ ਤੋਂ ਨੀਚਾ ਦਿਖਾਇਆ। ਜਿਸ ਤਰ੍ਹਾਂ ਕੋਈ ਮਾੜਾ ਬੰਦਾ ਚੌਰੀ ਬੰਦੇ ਦੀ ਦਲੀਲ 'ਤੇ ਜਾਵੇ ਤੇ ਉਹ ਉਹਨੂੰ ਕਵੇ ਕਿ ਤੇਰਾ ਮੇਰਾ ਲੈਵਲ ਨਹੀਂ ਹੈ। ਬਸ ਫਿਰ ਉੱਥੇ ਜਨੂਨ ਆ ਗਿਆ। ਆਪਣੇ ਦੋਸਤ ਦੇ ਨਾਲ ਮਿਲ ਕੇ ਮੈਂ ਫਿਰ ਇੱਕ ਟਿਕਟੋਕ ਪੋਸਟ ਕਰ ਦਿੱਤੀ। ਉਹ ਫਿਰ ਜ਼ਮਾਨੇ ਨੇ ਸੁਣੀ, ਅਲਹਮਦੁਲਿਲਾ ਤੁਹਾਡੇ ਸਾਹਮਣੇ। ਅੱਛਾ ਵਸੀਮ ਭਾਈ, ਜਿਹੜਾ ਤੁਸੀਂ ਪਹਿਲਾ ਟਿਕਟੋਕ ਕਿਹੜਾ ਬਣਾਇਆ ਸੀ? ਮੈਂ ਜੀ ਪਹਿਲਾ ਟਿਕਟੋਕ ਬਣਾਇਆ ਸੀਗਾ ਮੁਹੱਬਤ ਦੇ ਉੱਤੇ। ਸਾਈਡ ਪੋਇਟਰੀ ਸੀ ਮੇਰੀ, ਜੋ ਮੇਰੇ ਨਾਲ ਗੁਜ਼ਰੀ ਬੀਤੀ ਸੀਗੀ, ਉਹ ਮੈਂ ਲਿਖ ਕੇ ਤੇ ਕੈਮਰੇ ਦੇ ਅੱਗੇ ਆ ਗਿਆ। ਆਪਣਾ ਸਮਝ ਲਓ ਕਿ ਇੱਕ ਗੁਬਾਰ ਕੱਢਿਆ, ਉਹ ਲੋਕਾਂ ਨੂੰ ਅੱਛਾ ਲੱਗਾ। ਤੇ ਉਸ ਤੋਂ ਬਾਅਦ ਫਿਰ ਮੈਂ ਆਪਣਾ ਬੈਠ ਕੇ ਸੋਚਿਆ ਕਿ ਯਾਰ ਇਹ ਚੀਜ਼ ਅੱਛੀ ਨਹੀਂ ਹੈ। ਤੇ ਅਗਰ ਅੱਲਾਹ ਪਾਕ ਨੇ ਸਾਨੂੰ ਇੱਜ਼ਤ ਦਿੱਤੀ ਆ, ਚਾਰ ਜੀ ਸਾਨੂੰ ਸੁਣਦੇ ਆ, ਕੋਈ ਧੀਆਂ ਭੈਣਾਂ ਸੁਣਦੀਆਂ, ਤਾਂ ਅਸੀਂ ਨਹੀਂ ਚਾਹੁੰਦੇ ਕਿ ਯਾਰ ਕੱਲ੍ਹ ਨੂੰ ਮਰ ਜਾਈਏ, ਕੋਈ ਲੋਕ ਸਾਨੂੰ ਗਲਤ ਨਜ਼ਰੀਏ ਨਾਲ ਦੇਖਣ। ਸੋ ਕੋਈ ਐਸਾ ਕੰਮ ਦੁਨੀਆ 'ਤੇ ਕਰਕੇ ਜਾਈਏ ਕਿ ਲੋਕ ਸਾਡੀਆਂ ਗੱਲਾਂ ਤੋਂ ਸਬਕ ਹਾਸਲ ਕਰਨ। ਫਿਰ ਮੈਂ ਧੀਆਂ ਭੈਣਾਂ ਵਾਲੇ ਪਾਸੇ ਵੀਡੀਓ ਅਪਲੋਡ ਕਰਨ ਲੱਗ ਪਿਆ। ਅਲਹਮਦੁਲਿਲਾ ਅੱਜ ਤੁਸੀਂ ਦੇਖ ਰਹੇ ਜੇ ਅੱਲਾਹ ਪਾਕ ਨੇ ਸਾਨੂੰ ਬਹੁਤ ਜ਼ਿਆਦਾ ਇੱਜ਼ਤ ਦਿੱਤੀ। ਸਹੀ ਹੋ ਗਿਆ। ਅੱਛਾ, ਤੇ ਤੁਸੀਂ ਜਿਹੜੀ ਪਹਿਲੀ ਵੀਡੀਓ ਜਦੋਂ ਪਾਈ ਤੁਹਾਨੂੰ ਕਿੰਨੇ ਵਿਊ ਆਏ ਸੀ ਉਹਦੇ 'ਤੇ? ਮੈਂ ਜਦੋਂ ਪਹਿਲੀ ਆਪਣੀ ਵੀਡੀਓ ਬੇਸਿਕਲੀ ਸੈਂਡ ਕੀਤੀ ਸੀਗੀ, ਉਹਦੇ 'ਤੇ ਮੈਨੂੰ ਤਕਰੀਬਨ 6,500 ਵਿਊ ਆਇਆ ਸੀ। ਸਹੀ ਹੋ ਗਿਆ। ਫਿਰ ਤੁਹਾਡੇ ਜਨੂਨ ਪੈਦਾ ਹੋਇਆ ਕਿ ਮੈਂ ਬਣਾਵਾਂ? ਜੀ ਬਿਲਕੁਲ ਜੀ। ਫਿਰ ਮੈਂ ਅਗਲੀ ਵੀਡੀਓ ਜਿਸ ਵੇਲੇ ਅਪਲੋਡ ਕਰਦਾ ਫਿਰ 5 ਮਿਲੀਅਨ ਵੀਡੀਓ ਮੇਰੀ ਚੱਲੀ, ਮਾਸ਼ਾਅੱਲਾ ਅਲਹਮਦੁਲਿਲਾ। ਫਿਰ ਉੱਤੇ 38,000 ਬੰਦੇ ਨੇ ਮੇਰੀ ਆਵਾਜ਼ 'ਤੇ ਵੀਡੀਓ ਬਣਾਈ। ਮੈਨੂੰ ਬੜਾ ਅੱਛਾ ਲੱਗਾ। ਜ਼ਾਹਿਰ ਗੱਲ ਜੀ, ਦੇਖੋ ਕੋਈ ਵੀ ਜਦੋਂ ਇਨਸਾਨ ਅੱਗੇ ਹੁੰਦਾ ਆ ਜਾਂ ਉਹਨੂੰ ਅੱਲਾਹ ਪਾਕ ਇੱਜ਼ਤ ਦਿੰਦਾ, ਫਿਰ ਉਹਦੇ ਅੰਦਰ ਇੱਕ ਜਨੂਨ ਪੈਦਾ ਹੁੰਦਾ ਕਿ ਯਾਰ ਮੈਂ ਇਹ ਕੰਮ ਰੋਜ਼ਾਨਾ ਹੀ ਕਰਾਂ। ਤੇ ਫਿਰ ਅਸੀਂ ਇਸ ਨਸ਼ੇ ਨੂੰ ਆਪਣੇ ਅੰਦਰ ਜਜ਼ਬ ਕਰ ਲਿਆ ਤੇ ਅੱਜ ਫਿਰ ਲੋਕਾਂ ਦੇ ਸਾਹਮਣੇ। ਇਸ ਵੇਲੇ ਕਿੰਨੇ ਤੁਹਾਡੇ ਫਾਲੋਵਰ ਨੇ ਟਿਕਟੋਕ ਤੇ? ਮੇਰੇ ਇਸ ਟਾਈਮ ਇੱਕ ਆਈਡੀ ਦੇ ਉੱਪਰ ਜਿਹੜੇ ਮੇਰਾ ਪਾਕਿਸਤਾਨੀ ਮੇਲ ਅਕਾਊਂਟ ਹੈ ਤੇ 5 ਲੱਖ ਫਾਲੋਵਰ ਨੇ। ਸਹੀ ਹੋ ਗਿਆ। ਅੱਛਾ, ਤੇ ਤੁਹਾਡਾ ਟਿਕਟੋਕ ਤੋਂ ਇਲਾਵਾ ਵੀ ਕੋਈ ਕੰਮ ਕਰਦੇ ਹੋ ਕਿ ਸਿਰਫ ਟਿਕਟੋਕ ਦੇ ਨਾਲ ਜੁੜੇ ਹੋਏ ਇਸ ਵੇਲੇ? ਜੀ ਨਹੀਂ, ਮੈਂ ਟਿਕਟੋਕ ਤੋਂ ਇਲਾਵਾ ਆਪਣਾ ਇੱਕ ਮੇਰਾ ਫਰਨੀਚਰ ਦਾ ਬਿਜ਼ਨਸ ਹੈ, ਆਪਣੀ ਸ਼ੌਪ ਹੈ, ਅਲਹਮਦੁਲਿਲਾ ਮੈਂ ਆਪਣਾ ਉੱਤੇ ਕੰਮ ਕਰਦਾ। ਸਹੀ। ਅੱਛਾ, ਤੇ ਉਹ ਸਸਤਾ ਹੀ ਦੇ ਰਿਹਾ ਕਿ ਉਹ ਵੀ ਕੰਮ ਮਹਿੰਗਾ ਰੱਖਿਆ ਹੋਇਆ? ਕਿਉਂਕਿ ਤੁਸੀਂ ਮਸ਼ਹੂਰ ਪਰਸਨੈਲਿਟੀ, ਕੋਈ ਬੰਦਾ ਆਵੇ ਤੁਸੀਂ ਰੇਟ ਵਾਵਾ ਜ਼ਿਆਦਾ ਤਾਂ ਨਹੀਂ ਲਾਉਂਦੇ ਉਹਨਾਂ ਨੂੰ? ਨਹੀਂ, ਇੰਨਾ ਜ਼ਿਆਦਾ ਤਾਂ ਖੈਰ ਨਹੀਂ ਲਾਉਂਦੇ। ਮੇਰੀ ਸ਼ੁਰੂ ਤੋਂ ਇੱਕ ਕੋਸ਼ਿਸ਼ ਹੈ ਕਿ ਯਾਰ ਨਾ ਕੰਮ ਦਾ ਮਿਆਰ ਹੋਣਾ ਚਾਹੀਦਾ ਹੈ, ਅੱਛਾ ਕੰਮ ਕਰਕੇ ਦੇਣਾ ਆ। ਇਹ ਨਹੀਂ ਕਿ ਮੇਰੀ ਕਸਟਮਰ ਨੂੰ ਡਿਮਾਂਡ ਹੁੰਦੀ ਹੈ ਕਿ ਤੁਸੀਂ ਜੇ ਅਗਰ ਮਾਰਕੀਟ ਦੀ ਨਿਸਬਤ ਮੇਰੇ ਕੋਲ ਆਏ ਜੇ ਨਾ ਕਿ ਮੇਰੇ ਕੋਲ ਤੁਹਾਨੂੰ ਰੇਟ ਕਮ ਮਿਲੇਗਾ, ਤੇ ਸੋ ਐਸਾ ਆਪਣਾ ਖਿਆਲਾਤ ਜਿਹੜਾ ਦੂਰ ਕਰ ਦਿਓ। ਮੇਰੇ ਕੋਲ ਮਾਰਕੀਟ ਨਾਲੋਂ ਕੋਈ 2-4 ਹਜ਼ਾਰ ਮਹਿੰਗੀ ਹੋ ਸਕਦੀ ਹੈ ਚੀਜ਼, ਲੇਕਿਨ ਮੈਂ ਇੱਕ ਮਿਆਰ ਦਾਂਗਾ। ਸਹੀ ਹੋ ਗਿਆ। ਅੱਛਾ, ਕਿੱਦਾਂ ਲੱਗਦਾ ਹੁਣ ਦੇਖੋ ਤੁਸੀਂ ਮਾਸ਼ਾਅੱਲਾ ਐਡੇ ਵਾਇਰਲ ਹੋ ਟਿਕਟੋਕ ਤੇ, ਲੋਕ ਤੁਹਾਨੂੰ ਮਿਲਣ ਵੀ ਆਉਂਦੇ ਹੋਣਗੇ ਤੇ ਫਿਰ ਤੁਹਾਡੇ ਕੰਮ ਵੀ ਆਪਣਾ ਕਰਵਾਉਂਦੇ ਨੇ, ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈ ਫੇਮ ਹਾਸਲ ਕਰਕੇ? ਜੀ ਮਾਸ਼ਾਅੱਲਾ ਬੜਾ ਅੱਛਾ ਮਹਿਸੂਸ ਹੁੰਦਾ ਹੈ। ਜ਼ਾਹਿਰ ਚੀਜ਼ ਦਾ ਕਿ ਦੇਖੋ ਇੱਕ ਸਾਡੀ ਪਹਿਲੀ ਜ਼ਿੰਦਗੀ ਸੀਗੀ, ਉਹਦੇ ਵਿੱਚ ਸਿਰਫ ਸਾਡੇ ਜੀ ਸੀਗੇ, ਸਾਡੇ ਭੈਣ ਭਾਈ ਸੀਗੇ, ਉਹ ਸਾਨੂੰ ਮਿਲਦੇ ਸੀ ਤੇ ਸਾਡੇ ਵਾਸਤੇ ਇਸ ਤਰ੍ਹਾਂ ਸੀਗਾ ਕਿ ਇਹੀ ਇੱਕ ਜ਼ਿੰਦਗੀ ਆ। ਸੋ ਲੇਕਿਨ ਜਦੋਂ ਹੁਣ ਦੁਨੀਆ ਸਾਡੇ ਕੋਲ ਆਉਂਦੀ ਹੈ ਸਾਨੂੰ ਇੱਦਾਂ ਲੱਗਦਾ ਕਿ ਨਹੀਂ, ਅਸਲ ਜ਼ਿੰਦਗੀ ਆ ਅਸੀਂ ਇਨਸਾਨ ਦੀ, ਉਹ ਦੂਰੋਂ ਲੋਕਾਂ ਦੇ ਦਿਲਾਂ ਦੇ ਵਿੱਚ ਅਸੀਂ ਵੱਸਦੇ ਹਾਂ। ਅਲਹਮਦੁਲਿਲਾ ਮੈਨੂੰ ਤਾਂ ਬੜਾ ਅੱਛਾ ਫੀਲ ਹੁੰਦਾ। ਅੱਛਾ, ਜਦੋਂ ਵੀ ਇਸ ਕੰਮ ਵਿੱਚ ਆਓ ਨਾ ਸੋਸ਼ਲ ਮੀਡੀਆ ਤੇ, ਖਾਸ ਤੌਰ ਟਿਕਟੋਕ ਤੇ, ਰਿਸ਼ਤੇਦਾਰ ਤੇ ਪਿੰਡ ਦੇ ਲੋਕ ਵੀ ਬਹੁਤ ਗੱਲਾਂ ਕਰਦੇ ਕਿਹੜੇ ਕੰਮੀ ਲੱਗ ਗਏ, ਤੇ ਇਸ ਬਾਰੇ ਤੁਹਾਨੂੰ ਵੀ ਇਹ ਗੱਲਾਂ ਸੁਣਨ ਨੂੰ ਮਿਲੀਆਂ ਸੀ?
ਦੇਖੋ ਜੀ ਇਹ ਤੇ ਇੱਕ ਰੂਟੀਨ ਹੈ ਨਾ। ਮੈਂ ਜੇ ਤੁਹਾਨੂੰ ਸਹੀ ਗੱਲ ਦੱਸਾਂ ਤੇ ਮੇਰੀ ਪਹਿਲੀ ਵੀਡੀਓ ਹੈ ਹੀ ਰਿਸ਼ਤੇਦਾਰਾਂ ਦੇ ਖਿਲਾਫ ਸੀ। ਅੱਛਾ ਜੀ। ਮੈਂ ਰਿਸ਼ਤੇਦਾਰਾਂ ਤੇ ਬੋਲੀ ਤਾਂ ਮੇਰੀ 65,000 ਵੀਡੀਓ ਚੱਲੀ, ਲੋਕਾਂ ਨੇ ਬੜਾ ਅੱਛਾ ਸਮਝਿਆ। ਸਹੀ। ਮੈਂ ਤੇ ਉਹਦੇ ਵਿੱਚ ਵੀ ਇਹੀ ਗੱਲ ਕਹੀ ਸੀ ਤੇ ਅੱਜ ਵੀ ਇਹੀ ਗੱਲ ਕਹਾਂਗਾ ਕਿ ਜਿਹੜਾ ਤੁਹਾਡਾ ਸਭ ਤੋਂ ਵੱਡਾ ਦੁਸ਼ਮਣ ਹੋਏਗਾ ਨਾ, ਮੇਰੀ ਇੱਕ ਗੱਲ ਜ਼ਿੰਦਗੀ ਦੀ ਯਾਦ ਰੱਖਿਆ ਜੇ, ਉਹ ਤੁਹਾਡੀ ਬਰਾਦਰੀ 'ਚ, ਤੁਹਾਡੇ ਮਹੱਲੇ 'ਚ, ਤੁਹਾਡੇ ਇਲਾਕੇ 'ਚ ਤੁਹਾਡਾ ਆਪਣਾ ਰਿਸ਼ਤੇਦਾਰ ਹੈ, ਦੂਸਰਾ ਬੰਦਾ ਨਹੀਂ ਹੁੰਦਾ। ਨਾ ਮਹੱਲੇਦਾਰ ਨਾ ਪਿੰਡ ਵਾਲੇ। ਦੇਖੋ ਹੁਣ ਮੈਂ ਇੱਕ ਵੀਡੀਓ ਪੋਸਟ ਕਰਦਾ, ਅਪਲੋਡ ਕਰਦਾ, ਪਹਿਲੀ ਗੱਲ ਤਾਂ ਹੈ ਕਿ ਮੇਰੇ ਇਲਾਕੇ ਨੂੰ ਮੇਰੀ ਵੀਡੀਓ ਅੱਛੀ ਨਹੀਂ ਲੱਗਦੀ। ਹਾਲਾਂਕਿ ਮੇਰੇ ਇਲਾਕੇ ਦੇ ਦਿਲ ਦੇ ਵਿੱਚ ਇਹ ਚੀਜ਼ ਆ ਕਿ ਮੈਨੂੰ ਇਸ ਚੀਜ਼ ਦਾ ਨਹੀਂ ਪਤਾ, ਲੇਕਿਨ ਯਾਰ ਦੇਖੋ ਤੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਕੰਮ ਕਰ ਰਹੇ ਆ, ਹਜ਼ੂਰ ਸਾਨੂੰ ਸਾਰਾ ਪਤਾ ਕੌਣ ਸਾਡੇ ਵਾਸਤੇ ਕੀ ਸੋਚਣ ਦਿਆ ਆ। ਇਸੇ ਤਰ੍ਹਾਂ ਰਿਸ਼ਤੇਦਾਰਾਂ ਵਾਲੇ ਪਾਸੇ ਆ ਜਾਓ ਤੇ ਰਿਸ਼ਤੇਦਾਰ ਤਾਂ ਅਸੀਂ ਲੱਭ ਲੋਕ ਕੀਤੇ ਦੇ ਨੇ, ਉਹਨਾਂ ਤੱਕ ਸਾਡੀ ਵੀਡੀਓ ਹੀ ਨਾ ਜਾਵੇ। ਤੇ ਜੇ ਫਿਰ ਵੀ ਉਹ ਕਿਤੇ ਸੁਣਦੇ ਨੇ ਕਰਮ ਵਾਲੇ ਤੇ ਫਿਰ ਛੱਡਦੇ ਹੀ ਹੋਣਗੇ, ਮਰਦੇ ਹੀ ਹੋਣਗੇ, ਅੱਛਾ ਤਾਂ ਨਹੀਂ ਸਾਡੇ ਬਾਰੇ ਸੋਚਦੇ ਹੋਣਗੇ। ਇਹ ਚੀਜ਼ ਤਾਂ ਮੈਂ ਠੀਕ ਕਹਿਣਾ। ਅੱਛਾ, ਰੋਜ਼ਾਨਾ ਤੁਸੀਂ ਇੱਕ ਕੰਟੈਂਟ ਲੱਭ ਕੇ ਵੀਡੀਓ ਬਣਾਉਂਦੇ ਹੋ, ਇੱਕ ਸਟੋਰੀ ਦੱਸਦੇ ਹੋ, ਕਿਸ ਤਰ੍ਹਾਂ ਮੈਨੇਜ ਕਰਦੇ ਹੋ ਸਾਰੀਆਂ ਗੱਲਾਂ ਨੂੰ, ਕਿੱਥੋਂ ਲੈ ਕੇ ਆਉਂਦੇ ਹੋ? ਇਹ ਚੀਜ਼ ਬੜੀ ਮੁਸ਼ਕਿਲ ਆ ਬਈ। ਤੁਹਾਨੂੰ ਇਹਦੇ ਬਾਰੇ ਅਗਰ ਮੈਂ ਦੱਸਾਂ ਨਾ, ਜਿੰਨੇ ਵੀ ਮੇਰੇ ਨਵੇਂ ਯੂਜ਼ਰ ਨੇ ਜਾਂ ਜਿਹੜੇ ਇਸ ਚੀਜ਼ ਦਾ ਦਿਲ ਦੇ ਵਿੱਚ ਸ਼ੌਕ ਭਾਲ ਕੇ ਬੈਠੇ ਨੇ ਜੀ ਮੈਂ ਸੋਸ਼ਲ ਮੀਡੀਆ ਤੇ ਵਾਇਰਲ ਹੋਣਾ ਜਾਂ ਫੇਮ ਲੈਣਾ ਆ, ਉਹਨਾਂ ਵਾਸਤੇ ਮੇਰਾ ਇਹ ਸਬਕ ਆ ਤੇ ਇਸ ਗੱਲ ਨੂੰ ਪਲੜੇ ਨਾਲ ਬੰਨ੍ਹ ਲੈਣ। ਇਹ ਸਿਰਫ ਇੱਕ ਜਨੂਨ ਹੁੰਦਾ ਆ। ਯਕੀਨ ਮੰਨਿਆ ਜੇ ਟਿਕਟੋਕ ਤੇ ਜਿਸ ਵੇਲੇ ਫੇਮਸ ਹੋ ਗਿਆ ਨਾ, ਸਾਨੂੰ ਅਗਲੇ ਦਿਨ ਸਮਝ ਨਾ ਆਵੇ ਕਿ ਕਿਹੜੇ ਕੰਟੈਕਟ ਤੇ ਕੰਮ ਕਰਨਾ ਹੈ, ਅੱਗੋਂ ਕਿਹੜੀ ਵੀਡੀਓ ਬੋਲਣੀ ਆ। ਤੇ ਪਿਛਲੇ ਕੋਈ ਤਕਰੀਬਨ 2-2.5 ਸਾਲਾਂ ਤੋਂ ਸੋਸ਼ਲ ਮੀਡੀਆ ਤੇ ਕੰਮ ਕਰ ਰਹੇ ਨੇ ਤੇ ਸਿਰਫ ਇਹੀ ਸੋਚ ਕੇ ਰੋਜ਼ਾਨਾ ਵੀਡੀਓ ਬਣਾਈ ਦੀ ਹੈ ਕਿ ਅੱਜ ਕਿਹੜੀ ਵੀਡੀਓ ਬਣਾਉਣੀ ਹੈ। ਇਹ ਬੜਾ ਮੁਸ਼ਕਲ ਕੰਮ ਆ। ਰੋਜ਼ਾਨਾ ਇੱਕ ਅੱਛਾ ਪੈਗਾਮ ਲੈ ਕੇ ਆਉਣਾ, ਨਵੀਂ ਗੱਲ ਲੈ ਕੇ ਆਉਣਾ। ਔਰ ਮੇਰੀ ਇੱਕ ਆਦਤ ਆ, ਮੈਂ ਤਾਂ ਰੋਜ਼ਾਨਾ ਕਦੀ ਆਪਣੀ ਦੁਕਾਨ ਤੇ ਜਾਂ ਕੰਮ ਤੇ ਕਿਤੇ ਵੀ ਆ, ਮੈਂ ਨਾ ਕਿ ਯਾਰ ਬੰਦਾ ਕੱਪੜਾ ਜੁੱਤੀ ਨਾ ਜਦੋਂ ਪਾ ਕੇ ਜਾਵੇ ਤੇ ਫਿਰ ਪੈਗਾਮ ਵੀ ਉਹ ਨਾ ਬੰਦਾ ਸੁਣਾਵੇ, ਨਿਤ ਨਵੀਂ ਚੀਜ਼ ਹੋਵੇ ਤਾਂ ਕਿ ਲੋਕ ਤੁਹਾਨੂੰ ਅੱਛਾ ਸਮਝਣ। ਅੱਛਾ, ਜਦੋਂ ਤੁਸੀਂ ਕੋਈ ਗੱਲ ਕਰਦੇ ਹੋ ਟਿਕਟੋਕ ਤੇ ਬੜਾ ਦਰਦ ਹੁੰਦਾ ਤੁਹਾਡੀ ਗੱਲ ਦੇ ਵਿੱਚ ਵੀ, ਕਿਹਾ ਤੁਹਾਨੂੰ ਵੀ ਕਦੇ ਇਸ ਤਰ੍ਹਾਂ ਦਾ ਕੋਈ ਦਰਦ ਮਿਲਿਆ ਜਿਹੜੇ ਤੁਸੀਂ ਗੱਲਾਂ ਰੱਖਦੇ ਹੋ ਇਸ ਦੇ ਅਕਸ ਦੇ ਵਿੱਚ? ਦੇਖੋ ਬਾਈ, ਜਿੰਨੀ ਦੇਰ ਤੱਕ ਬੰਦੇ ਨੂੰ ਠੋਕਰ ਨਾ ਲੱਗੇ ਬੰਦਾ ਠਾਕਰ ਨਹੀਂ ਜੇ ਬਣਦਾ। ਇਹ ਗੱਲ ਮੇਰੀ ਜ਼ਿਹਨ 'ਚ ਰੱਖਿਆ ਜੇ। ਇਹ ਗੱਲਾਂ ਇਹ ਬਾਤਾਂ ਉਹੀ ਬੰਦੇ ਕਰ ਸਕਦੇ ਨੇ ਸੋਸ਼ਲ ਮੀਡੀਆ ਦੇ ਉੱਤੇ ਬਹਿ ਕੇ ਜਿਨ੍ਹਾਂ ਦੇ ਨਾਲ ਕੋਈ ਗੁਜ਼ਰੀ ਬੀਤੀ ਆ। ਠੀਕ ਹੋ ਗਿਆ। ਅਸੀਂ ਉਹਨਾਂ ਘਰਾਂ ਦੇ ਬੱਚਿਆਂ ਜੀ ਜਿਨ੍ਹਾਂ ਦੇ ਬਚਪਨ ਤੇ ਜਵਾਨੀ 'ਚ ਬੁਢਾਪਾ ਆ ਗਿਆ ਆ। ਤੇ ਇਹ ਧੀਆਂ ਭੈਣਾਂ ਦੇ ਦਰਦ ਕੀ ਹੁੰਦੇ ਨੇ ਮੇਰਾ ਇਲਾਕਾ ਅੱਛੇ ਤਰੀਕੇ ਨਾਲ ਮੈਨੂੰ ਸੁਣਦਾ ਆ। ਉਹ ਇਸ ਚੀਜ਼ ਦਾ ਥੱਲੇ ਜਵਾਬਦੇਹ ਵੀ ਆ ਕਿ ਵਾਕਿਆ ਭਾਈ ਵਸੀਮ ਇਸ ਗੱਲੋਂ ਹੱਕਦੇ ਆ। ਅਸੀਂ ਇਹ ਸਾਰੀਆਂ ਤਕਲੀਫਾਂ ਝੱਲ ਕੇ ਆਏ ਆ, ਭੈਣਾਂ ਦੀਆਂ ਭਰਾਵਾਂ ਦੀਆਂ ਦੁੱਖ ਦਰਦ, ਧੀਆਂ ਦੇ ਘਰ ਉਜੜੇ, ਉਹਨਾਂ ਨੂੰ ਆਪਣੇ ਘਰੇ ਲੈ ਕੇ ਆਏ। ਸੋ ਫਿਰ ਉਹਨਾਂ ਚੀਜ਼ਾਂ ਨੂੰ ਜਿਹੜੇ ਉਹ ਐਬ ਵੈਲ ਜੇ ਕੋਈ ਸਾਡੇ ਵਿੱਚ ਸੀਗਾ ਤਾਂ ਉਹ ਲੋਕਾਂ ਨੂੰ ਜ਼ਾਹਰ ਕਰੀਦਾ ਕਿ ਯਾਰ ਤੁਸੀਂ ਆਪਣੇ ਅੰਦਰੋਂ ਖਤਮ ਕਰ ਲਓ, ਤੇ ਜੇ ਅਗਲਿਆਂ ਵਿੱਚ ਸੀਗਾ ਤਾਂ ਉਹ ਉਹਨਾਂ ਨੂੰ ਦੱਸੀਦਾ ਕਿ ਯਾਰ ਤੁਸੀਂ ਖਤਮ ਕਰ ਲਓ। ਸਹੀ ਗੱਲ। ਅੱਛਾ, ਕੋਈ ਐਸੀ ਗੱਲ ਜਿਹਨਾਂ ਤੁਹਾਨੂੰ ਬਹੁਤ ਜ਼ਿਆਦਾ ਦੁੱਖ ਦਿੱਤਾ ਹੋਵੇ, ਤੁਸੀਂ ਜਿੱਦਾਂ ਦਾ ਇਸ ਪਲੇਟਫਾਰਮ ਦੇ ਵਿੱਚ ਆਏ ਹੋ ਟਿਕਟੋਕ ਦੇ ਵਿੱਚ, ਉਹ ਕਿਹੜੀ ਐਸੀ ਗੱਲ ਜਿਹਨੇ ਤੁਹਾਨੂੰ ਬੜਾ ਡਿਸਹਾਰਟ ਕੀਤਾ ਹੋਵੇ? ਦੇਖੋ ਜੀ, ਮੈਂ ਜੇ ਸੋਸ਼ਲ ਮੀਡੀਆ ਦੇ ਪਲੇਟਫਾਰਮ ਦੇਖਿਆ ਜਾਵੇ ਤੇ ਕੋਈ ਵੀ ਐਸਾ ਇਨਸਾਨ ਨਹੀਂ ਮਿਲਿਆ ਜਿਹਨੇ ਡਿਸਹਾਰਟ ਨਾ ਕੀਤਾ ਹੋਵੇ। ਪਹਿਲੀ ਗੱਲ ਤਾਂ ਇਹ ਆ ਕਿ ਜਿਹੜੇ ਸੱਜਣ ਪਿਆਰੇ ਨਾਲ ਸਨ, ਮਿੱਤਰ ਸਨ, ਜਿਨ੍ਹਾਂ ਦੇ ਨਿਤ ਨਹਾੜੇ ਅਸੀਂ ਸਟੇਟਸ ਲਾਉਂਦੇ ਹਾਂ, ਪਹਿਲੀ ਤਾਂ ਗੱਲ ਇਹ ਕਿ ਉਹ ਹੀ ਸਾਡੇ ਨਹੀਂ ਬਣੇ ਸਕੇ। ਠੀਕ ਹੋ ਗਿਆ। ਸੋਸ਼ਲ ਮੀਡੀਆ 'ਤੇ ਥੋੜ੍ਹਾ ਫੇਮ ਮਿਲਿਆ ਆ ਅਤੇ ਉਹ ਹੀ ਸਾਡੇ ਸਭ ਤੋਂ ਵੱਡੇ ਦੁਸ਼ਮਣ ਬਣ ਗਏ। ਬੜਾ ਦੁੱਖ ਹੋਇਆ, ਬੜਾ ਅਫਸੋਸ ਹੋਇਆ ਸਾਨੂੰ ਇਸ ਗੱਲ ਦਾ। ਲੇਕਿਨ ਸੋ ਕੀ ਕਰ ਸਕਦੇ ਹਾਂ, ਡਿਸਹਾਰਟ ਦੀ ਜੇ ਤੁਸੀਂ ਕਰਦੇ ਜੇ ਤਾਂ ਤੁਸੀਂ ਕਿਸੇ ਵੀ ਕੰਮ ਵਿੱਚ ਜਦੋਂ ਅੱਗੇ ਆਉਣਾ ਨਾ ਤੇ ਬਾਈ ਤੁਹਾਡੇ ਤੇ ਕਿਸੇ ਨੇ ਬੰਦੇ ਨੇ ਖੁਸ਼ ਨਹੀਂ ਹੋਣਾ। ਅੱਛਾ, ਤੇ ਮੇਰੀਆਂ ਧੀਆਂ ਭੈਣਾਂ ਜਿਹੜੀਆਂ ਸੁਣ ਰਹੀਆਂ ਨੇ ਸਾਡੀ ਵੀਡੀਓ ਤੋਂ, ਆਪਣਾ ਇੰਟਰਵਿਊ ਸੁਣ ਰਹੇ ਨੇ, ਕੋਈ ਗੱਲ ਕਰੋ ਉਹਨਾਂ ਦੇ ਬਾਰੇ, ਕੋਈ ਪੋਇਟਰੀ ਅਗਰ ਤੁਸੀਂ ਆਪਣੀ ਲਿਖੀ ਤਾਂ ਸੁਣਾਓ ਸਾਡੇ ਚੈਨਲ ਤੇ। ਕਿਉਂਕਿ ਜੀ ਮੈਂ ਉਹਨਾਂ ਵਾਸਤੇ ਤਾਂ ਪਹਿਲੀ ਗੱਲ ਤਾਂ ਇਹ ਕਰਾਂਗਾ, ਮੈਂ ਧੀਆਂ ਵਾਸਤੇ ਮੇਰਾ ਖਾਸ ਕਰਕੇ ਮੈਸੇਜ ਹੈ। ਦੇਖੋ ਜੀ, ਇਸ ਟਾਈਮ ਜਿਹੜਾ ਸਾਡੇ ਪਾਕਿਸਤਾਨ ਦੇ ਅੰਦਰ ਆ, ਪਾਕਿਸਤਾਨ ਦੇ ਵਿੱਚ ਇਸ ਟਾਈਮ 100 ਦੇ ਵਿੱਚੋਂ 90% ਸਾਡਾ ਇਹ ਰੂਟੀਨ ਹੈ ਕਿ ਸਾਡੀਆਂ ਬੱਚੀਆਂ ਆਪਣੀ ਇੱਜ਼ਤ ਦਾ ਖਿਆਲ ਨਹੀਂ ਕਰਦੀਆਂ, ਕਿਸੇ ਦੇ ਧੋਖੇ 'ਚ ਆ ਜਾਂਦੀਆਂ ਜਾਂ ਕਿਸੇ ਦੇ ਦਿਖਾਵੇ ਵਿੱਚ ਆ ਕੇ ਤੇ ਆਪਣੀ ਇੱਜ਼ਤ ਦਾ ਜਨਾਜ਼ਾ ਕੱਢਦੀਆਂ। ਲੇਕਿਨ ਸੋ ਉਹਨਾਂ ਵਾਸਤੇ ਮੇਰਾ ਇਹ ਮੈਸੇਜ ਹੈ ਕਿ ਤੁਸੀਂ ਆਪਣੀ ਇੱਜ਼ਤ ਦਾ ਜਨਾਜ਼ਾ ਨਹੀਂ ਜੇ ਕੱਢਿਆ। ਕਿਸੇ ਵੀ ਬਸ਼ਰ ਦੇ ਨਾਲ ਯਾਰੀ ਲਾਉਣ ਤੋਂ ਪਹਿਲਾਂ, ਅੱਖ ਲੜਾਉਣ ਤੋਂ ਪਹਿਲਾਂ ਜਾਂ ਕਿਸੇ ਨਾਲ ਸੌਣ ਤੋਂ ਪਹਿਲਾਂ ਇੱਕ ਗੱਲ ਜ਼ਿਹਨ 'ਚ ਰੱਖਿਆ ਕਰੋ ਕਿ ਤੁਹਾਨੂੰ ਤਾਂ ਕਿਆਮਤ ਨੀਂਦ ਨਹੀਂ ਆਉਣੀ। ਦੇਖੋ, ਇਹ ਕੋਈ ਵੀ ਬੰਦਾ ਦੁਨੀਆ ਦੇ ਉੱਤੇ ਬਣੇ ਜਾਵੇ, ਮੈਂ ਆਪਣੀਆਂ ਭੈਣਾਂ ਨੂੰ ਇਹ ਮੈਸੇਜ ਦਾਂਗਾ ਕਿ ਝੱਲਿਓ, ਹਰ ਬੰਦਾ ਬਿਹਤਰ ਦੀ ਤਲਾਸ਼ 'ਚ ਹੁੰਦਾ ਜੇ। ਇੱਕ ਔਰਤ ਤੁਸੀਂ ਦੇਖ ਲਓ ਕਿ ਅਗਰ ਕਿਸੇ ਦੇ ਨਾਲ ਮੁਹੱਬਤ ਕਰਦੀ ਆ, ਉਹਦੇ ਨਾਲ ਸ਼ਾਦੀ ਕਰ ਲੈਂਦੀ ਆ। ਮੈਂ ਤੁਹਾਡੇ ਅੱਗੇ ਵੀ ਸਵਾਲ ਰੱਖਦਾ, ਆਪਣੀ ਪਬਲਿਕ ਅੱਗੇ ਵੀ ਰੱਖਦਾ ਹੈ। ਅਗਰ ਉਹ ਸ਼ਾਦੀ ਕਰ ਲਏਗੀ ਨਾ ਤੇ ਉਹਦੀ ਬਾਈ ਸਿਰਫ ਇੱਕੋ ਹੀ ਖੁਆਇਸ਼ ਹੋਏਗੀ ਤੇ ਇੱਕੋ ਹੀ ਦੁਆ ਹੋਏਗੀ ਆਪਣੇ ਰੱਬ ਅੱਗੇ ਕਿ ਯਾ ਅੱਲਾ, ਮੇਰਾ ਖਾਮਦ ਹੁਣ ਤਾਂ ਕਿਆਮਤ ਮੇਰਾ ਹੋ ਕੇ ਮਰ ਜੇ। ਸਹੀ ਬਾਤ ਹੈ। ਮੈਂ ਕਿਸੇ ਦੂਸਰੇ ਨਾਲ ਆਪਣੇ ਖਾਮਦ ਨੂੰ ਸ਼ੇਅਰ ਨਹੀਂ ਕਰ ਸਕਦੀ। ਲੇਕਿਨ ਉਹ ਬਦਬਖਤ ਜਿਹੜਾ ਖਾਮਦ ਹੁੰਦਾ ਨਾ, ਉਹ ਕੀ ਸੋਚਦਾ ਹੈ ਕਿ ਯਾਰ ਮੈਂ ਮੁਹੱਬਤ ਨਾਲ ਕੀਤੀ, ਸ਼ਾਦੀ ਕਰ ਲਈ ਹੈ ਤੇ ਮੈਂ ਥੋੜ੍ਹੀ ਜਲਦੀ ਕਰ ਲਈ ਆ, ਲੇਕਿਨ ਅਗਰ ਮੈਂ ਥੋੜ੍ਹਾ ਸਬਰ ਕਰ ਲੈਂਦਾ ਤਾਂ ਇਹ ਤੋਂ ਵੀ ਬਿਹਤਰ ਲੱਭ ਜਾਣੇ। ਸੋ ਇਹਨਾਂ ਗੱਲਾਂ ਨੂੰ ਮੈਂ ਇਹਨਾਂ ਭੈਣਾਂ ਨੂੰ ਇੱਕ ਮੈਸੇਜ ਦਾਂਗਾ ਕਿ ਧੀਆਂ ਭੈਣਾਂ ਸਾਰੀਆਂ ਮੇਰੀ ਗੱਲ ਨੂੰ ਘੋਲ ਕੇ ਆਪਣੇ ਕੰਨ 'ਚ ਪਾ ਲਓ। ਕੋਈ ਕਿਸੇ ਦਾ ਸਕਾ ਨਹੀਂ ਹੁੰਦਾ, ਜਿਹਨਾਂ ਤੁਹਾਨੂੰ ਜੰਮਿਆ ਪਾਲਿਆ ਪੋਸਿਆ ਜਵਾਨ ਕੀਤਾ, ਉਹਨਾਂ ਤੁਹਾਡੇ ਬੜੇ ਫਿਕਰ ਨੇ। ਜਿਹੜੇ ਤੁਹਾਡੇ ਵੀਰੇ ਨੇ ਨਾ, ਉਹ ਦਿਨ ਰਾਤ ਮਾਰਦੇ ਨੇ, ਸ਼ਕਲਾਂ ਵਿਗੜ ਗਈਆਂ ਨੇ। ਜਵਾਨ ਭੈਣਾਂ ਦੇ ਚਿਹਰਿਆਂ 'ਤੇ ਅਸਲ ਨੂਰ ਹੀ ਉਦੋਂ ਆਉਂਦਾ ਆ ਜਿੱਦੋਂ ਨੂੰ ਆਪਣੀਆਂ ਭੈਣਾਂ ਨੂੰ ਬਾਇਜ਼ਤ ਤਰੀਕੇ ਨਾਲ ਤੋੜ ਦਿੰਦੇ ਨੇ। ਲੇਕਿਨ ਕਦੀ ਧੀਆਂ ਨੇ ਇਹਨਾਂ ਚੀਜ਼ਾਂ ਨੂੰ ਰਿਸੀਵ ਹੀ ਨਹੀਂ ਕੀਤਾ, ਐਕਸੈਪਟ ਹੀ ਨਹੀਂ ਕੀਤਾ, ਮੰਨੀਆਂ ਹੀ ਨਹੀਂ। ਤੇ ਅੱਜ ਤੁਹਾਡੇ ਸਾਹਮਣੇ ਦਰਬਦਰ ਦਲੀਲ ਹੋ ਰਹੀਆਂ ਨੇ। ਭਾਈ ਜਾਨ, ਜ਼ਿਆਦਾ ਨਾ ਅੱਜ ਕੱਲ੍ਹ ਤਲਾਕ ਦੀ ਸ਼ਰ੍ਹਾ ਜਿਹੜੀ ਪਾਕਿਸਤਾਨ 'ਚ ਬਹੁਤ ਵੱਧਦੀ ਜਾ ਰਹੀ ਹੈ,
ਠੀਕ ਹੈ ਨਾ। ਤੁਹਾਡਾ ਮੈਸੇਜ ਵੀ ਇਸ ਚੀਜ਼ਾਂ ਦੇ ਬਾਰੇ ਹੁੰਦਾ ਕਿ ਧੀਆਂ ਭੈਣਾਂ ਜਿਹੜਾ ਆਪਣਾ ਖਿਆਲ ਕਰਨ ਇਸ ਦੇ ਬਾਰੇ 'ਚ। ਇਹ ਕੀ ਵਜ੍ਹਾ ਹੈ? ਡਾਕਟਰ ਇਰਫਾਨ ਕੈਸਰ ਦਾ ਵੀ ਇਸ ਦੇ ਮੁਤਲਕ ਇੱਕ ਇੰਟਰਵਿਊ ਚੜਿਆ ਕਿ ਪਾਕਿਸਤਾਨ ਦੇ ਵਿੱਚ ਤਲਾਕ ਦੀ ਸ਼ਰ੍ਹਾ ਦਿਨ ਬ ਦਿਨ ਵੱਧਦੀ ਜਾ ਰਹੀ, ਇਹਦੀ ਕੀ ਅਸਲ ਵਜ੍ਹਾ ਬਣ ਰਹੀ? ਇਹਦੀ ਅਸਲ ਵਜ੍ਹਾ ਜਿਹੜੀ ਮੈਂ ਤੁਹਾਨੂੰ ਦੱਸਾਂਗਾ ਨਾ, ਜੈਨੂਇਨ ਗੱਲ ਹੈ ਕਿ ਸਾਡੇ 100 ਦੇ ਵਿੱਚੋਂ 50% ਐਸੇ ਲੋਕ ਨੇ ਜਿਹੜੇ ਪ੍ਰਦੇਸ਼ਾਂ 'ਚ ਕੰਮ ਕਰ ਰਹੇ ਨੇ। ਠੀਕ ਹੈ, 50% ਤੁਸੀਂ ਜਿਹੜੇ ਮਰਦ ਨੇ ਉਹ ਪਿੱਛੇ ਲਗਾ ਲਓ ਕਿ ਉਹਨਾਂ ਦੇ ਵਿੱਚੋਂ ਕੋਈ ਐਸੇ ਬੰਦੇ ਨੇ ਪਾਕਿਸਤਾਨ ਦੇ ਜੀ ਪ੍ਰਦੇਸ਼ 30% ਬੰਦੇ ਘੱਟ ਰਹੇ ਨੇ ਜਿਹੜੇ ਆਪਣੀਆਂ ਫੈਮਲੀਆਂ ਤੋਂ ਦੂਰ ਨੇ। 20% ਲੋਕ ਐਸੇ ਨੇ ਕਿ ਜਿਹੜੇ ਸਵੇਰ ਆਉਂਦੇ ਨੇ ਤੇ ਸ਼ਾਮ ਨੂੰ ਸਾਡੇ ਵਾਂਗੂ ਆਪਣੇ ਘਰਾਂ 'ਚ ਚਲੇ ਜਾਂਦੇ ਨੇ, ਲੇਕਿਨ ਉਹਨਾਂ 20% ਬੰਦਿਆਂ ਦੇ ਵਿੱਚ ਤਲਾਕ ਨਹੀਂ ਹੈ। ਕਦੀ ਇਹ ਚੀਜ਼ ਨੂੰ ਤੁਸੀਂ ਮੈਨੇਜ ਕੀਤਾ? ਹਜ਼ੂਰ ਸਾਡੇ ਵਿੱਚ ਤਲਾਕ ਦੀ ਮੇਨ ਵਜ੍ਹਾ ਆ ਕਿ ਸਾਡੇ ਜਿਹੜੇ ਪਰਦੇਸੀ ਭਰਾ ਬੈਠੇ ਨੇ ਨਾ, ਉਹ ਇਹ ਸੋਚ ਕੇ ਆਪਣੀਆਂ ਬੀਵੀਆਂ ਦੇ ਕੋਲੋਂ ਦੂਰ ਬੈਠੇ ਨੇ ਜੀ ਅਸੀਂ ਆਪਣੇ ਬੀਵੀਆਂ ਬੱਚਿਆਂ ਲਈ ਬੈਠੇ ਹਾਂ, ਲੇਕਿਨ ਐਸੀ ਕੋਈ ਗੱਲ ਨਹੀਂ ਹੈਗੀ। ਕਈਆਂ ਨੂੰ ਤਕਲੀਫ ਹੋਏਗੀ, ਸੋ ਮੈਂ ਗੱਲ ਕਰ ਚੱਲਾਂ। ਬੜੇ ਸਾਡੇ ਭਾਈ ਐਸੇ ਨੇ ਕਿ ਜਿਹੜੇ ਇਹ ਸੋਚ ਕੇ ਬੈਠੇ ਨੇ ਕਿ ਮੇਰੇ ਚਾਚੇ ਕੋਲ ਇੰਨੀ ਜਾਇਦਾਦ ਆ, ਮੇਰੇ ਕੋਲ ਨਹੀਂ ਹੈ, ਮੈਂ ਕਾਰਾਂ ਕੋਠੀਆਂ ਜਾਇਦਾਦਾਂ ਮਰੱਬੇ ਜ਼ਮੀਨਾਂ ਖਰੀਦਣੀਆਂ, ਰੋਡ ਤੇ ਪੈਲੀ ਖਰੀਦਣੀਆਂ, ਲੇਕਿਨ ਉਹ ਸਿਰਫ ਇਸੇ ਜਨੂਨ ਨੂੰ ਲੈ ਕੇ ਆਪਣੀ ਫੈਮਿਲੀ ਆਪਣੇ ਉੱਥੋਂ ਕੱਢ ਕੇ ਬਹਿ ਗਿਆ ਹੈ। ਸਾਡੇ ਮਾਸ਼ਰੇ ਦੇ ਵਿੱਚ ਤਲਾਕ ਦੀ ਮੇਨ ਵਜ੍ਹਾ ਇਹ ਆ ਕਿ ਸਾਡੇ ਜਿਹੜੇ ਭਰਾ ਆਪਣੀਆਂ ਬੀਵੀਆਂ ਤੋਂ ਦੂਰ ਬੈਠੇ ਨੇ ਨਾ, ਉਹਨਾਂ ਅੱਗੇ ਮੇਰਾ ਮੈਸੇਜ ਆ ਕਿ ਜੇ ਆਪ ਜਾਣਾ ਨਾ ਤਾਂ ਉਹਨਾਂ ਨੂੰ ਵੀ ਲੈ ਕੇ ਜਾਓ। ਸਹੀ ਹੋ ਗਿਆ। ਅੱਛਾ, ਤੁਸੀਂ ਮਾਸ਼ਾਅੱਲਾ ਕੰਮ ਕਰ ਰਹੇ ਹੋ ਟਿਕਟੋਕ ਤੇ, ਇਹਦੇ ਤੋਂ ਪੈਸਾ ਵੀ ਕਮਾ ਰਹੇ ਹੋ? ਜੀ ਮੈਂ ਫਿਲਹਾਲ ਤਾਂ ਟਿਕਟੋਕ ਤੋਂ ਮੈਂ ਐਸਾ ਕੋਈ ਪੈਸਾ ਨਹੀਂ ਕਮਾਇਆ ਫਿਲਹਾਲ ਜਿਹੜਾ ਮੈਂ ਸ਼ੋਅ ਕਰਵਾ ਸਕਾਂ। ਸੋ ਮੈਂ ਲੱਗੇ UK ਅਕਾਊਂਟ ਵੀ ਬਣਵਾਇਆ ਆ, ਬੜੇ ਖੱਪ ਸੁਣੀ ਸੀਗੀ, ਉੱਥੇ ਵੀ ਏਡੀ ਖਾਸ ਅਰਨਿੰਗ ਨਹੀਂ ਆ ਕਿਉਂਕਿ 14 ਕੇ 15 ਡਾਲਰ ਉੱਤੇ ਆਏ ਨੇ, ਤੇ ਉਹ ਵੀ ਅਜੇ ਅਸੀਂ ਵੀ ਵਿਦਡਰਾ ਨਹੀਂ ਕਰਵਾਏ। ਅੱਛਾ, ਜਿਹੜੇ ਮੇਰੇ ਵੀਰ ਵੇਖ ਰਹੇ ਨੇ ਸਾਡੀ ਵੀਡੀਓ, ਅਗਰ ਉਹ ਟਿਕਟੋਕ ਦੇ ਪਲੇਟਫਾਰਮ ਤੇ ਆਉਣਾ ਚਾਹੁੰਦੇ ਨੇ, ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ? ਮੈਂ ਉਹਨਾਂ ਨੂੰ ਇਹੀ ਮੈਸੇਜ ਦਾਂਗਾ ਕਿ ਆਪਣਾ ਕੰਮ ਕਰੋ, ਆਪਣੇ ਕੰਮ ਨਾਲ ਕੰਮ ਰੱਖੋ, ਯਕੀਨ ਮੰਨਣਾ ਜੀ ਉਜੜ ਜਾਓਗੇ। ਕੱਖ ਨਹੀਂ ਹੈ ਇਸ ਪਲੇਟਫਾਰਮ ਦੇ ਉੱਤੇ ਸਿਵਾਏ ਇੱਕ ਬਦਨਾਮੀ ਤੋਂ, ਰਸਵਾਈ ਤੋਂ। ਹਾਂ, ਇੱਕ ਬੰਦਾ ਕਮਾਈ ਕਰ ਰਿਹਾ ਇਸ ਟਾਈਮ ਸੋਸ਼ਲ ਮੀਡੀਆ ਦੇ ਉੱਤੇ, ਜਿਹੜਾ ਆਪਣੀਆਂ ਧੀ ਭੈਣਾਂ ਸ਼ੋਅ ਕਰਾ ਰਿਹਾ, ਨੱਚ ਰਿਹਾ, ਗਾ ਰਿਹਾ, ਵਾਹਿਯਾਤ ਬੰਦਾ ਜਿਹਨੂੰ ਇੱਜ਼ਤ ਬੇਇੱਜ਼ਤੀ ਦੇ ਨਾਲ ਹੈ ਹੀ ਕੋਈ ਨਹੀਂ। ਤੇ ਜਿਹੜੇ ਐਸੇ ਲੋਕ ਨੇ ਉਹ ਪੈਸਾ ਕਮਾ ਰਹੇ ਨੇ, ਤੇ ਜਿਹੜੇ ਇੱਜ਼ਤਦਾਰ ਬੰਦੇ ਨੇ ਉਹ ਇੱਜ਼ਤ ਇਸ ਵਿੱਚ ਹੀ ਹੈ ਕਿ ਆਪਣਾ ਕੰਮ ਕਰਨ, ਮਿਹਨਤ ਕਰਨ। ਅੱਛਾ, ਜਿਹੜਾ ਤੁਸੀਂ ਉਹਨਾਂ ਜਵਾਬ ਦਿੱਤਾ ਹੈ, ਇਸ ਦੇ ਬਰਕਸ ਕਮੈਂਟਸ ਆਉਣਗੇ ਸਾਨੂੰ ਕਿ ਵਸੀਮ ਭਾਈ ਤੁਸੀਂ ਖੁਦ ਟਿਕਟੋਕ ਤੇ ਕੰਮ ਕਰ ਰਹੇ ਹੋ, ਸਾਨੂੰ ਇਸ ਚੀਜ਼ ਤੋਂ ਹਟਾ ਰਹੇ ਹੋ, ਇਹਦੀ ਕੀ ਵਜ੍ਹਾ? ਮੈਂ ਸਰ ਜੀ ਉਹਨਾਂ ਵਾਸਤੇ ਇਹ ਮੈਸੇਜ ਕਰਾਂਗਾ ਕਿ ਅਗਰ ਤੁਹਾਡੇ ਕੋਲ ਕੋਈ ਅੱਛੇ ਪੈਗਾਮਾਤ ਨੇ, ਅਗਰ ਤੁਹਾਡੇ ਅੰਦਰ ਟੈਲੈਂਟ ਹੈ ਤਾਂ ਤੁਸੀਂ ਆਓ। ਤੇ ਅਗਰ ਤੁਸੀਂ ਕਿਸੇ ਨੂੰ ਕਾਪੀ ਕਰਕੇ ਉਹਨਾਂ ਨੇ, ਮੈਂ ਦੇਖੋ ਜੀ ਜਦੋਂ ਸੋਸ਼ਲ ਮੀਡੀਆ ਤੇ ਨਹੀਂ ਸੀ ਹੈ, ਮੇਰੇ ਤੋਂ ਪਹਿਲੇ ਲੋਕ 20 ਮਿੰਟ 20 ਸੈਕਿੰਡ ਜਾਂ 30 ਸੈਕਿੰਡ 40 ਸੈਕਿੰਡ 1 ਮਿੰਟ ਦੀ ਵੀਡੀਓ ਅਪਲੋਡ ਕਰਦੇ ਸੀ। ਮੈਂ ਬਾਹਰ ਸ਼ਖਸੀਅਤਾਂ ਅਲਹਮਦੁਲਿਲਾ ਅੱਲਾਹ ਤੋਂ ਡਰ ਕੇ ਕਹਿਣਾ, ਹਿੱਕ ਠੋਕ ਕੇ ਕਹਿਣਾ, ਮੈਂ ਵਾਹਦ ਬੰਦਾ ਕਿ ਜਿਹਨੇ 9 ਮਿੰਟ ਦੀ ਵੀਡੀਓ ਅਪਲੋਡ ਕੀਤੀ ਸੀ ਤਾਂ 8.8 ਮਿਲੀਅਨ ਚੱਲੀ ਹੈ। ਕੀ ਬਾਤ, ਠੀਕ ਹੈ ਜੀ। ਗੱਲ ਕਰਨ ਦਾ ਮਤਲਬ ਇਹ ਕਿ ਤੁਸੀਂ ਕੁਝ ਨਵਾਂ ਲੈ ਕੇ ਆਓ, ਕੋਈ ਟੈਲੈਂਟ ਲੈ ਕੇ ਆਓ। ਫਿਰ ਦੇਖੋ ਕੋਈ ਵੀ ਕੰਮ ਤੁਸੀਂ ਕਰਦੇ ਜੇ ਨਾ, ਫਿਰ ਇਹ ਸੋਚ ਕੇ ਨਹੀਂ ਕਰਨਾ ਕਿ ਮੈਨੂੰ ਰੱਬ ਕੁਝ ਦੇਗਾ, ਠੀਕ ਹੈ ਨਾ, ਫਿਰ ਇਹ ਸੋਚ ਕੇ ਕਰਨਾ ਕਿ ਮੈਂ ਰੱਬ ਦੀ ਰਜ਼ਾ ਲਈ ਕਰਨ ਲਿਆ, ਆਵਾਮ ਤੋਂ ਫਿਰ ਕੁਝ ਨਹੀਂ ਭਾਲਣਾ। ਮੈਂ ਹੁਣ ਇਹ ਅਗਰ ਕੰਮ ਕਰਦਾ ਨਾ, ਮੈਂ ਪਿਛਲੇ 2.5-3 ਸਾਲ ਤੋਂ ਵੀਡੀਓ ਅਪਲੋਡ ਕਰਦਾ, ਤੇ ਮੇਰੇ ਬੜੇ ਭਾਈ ਨੇ, ਬੜੇ ਦੋਸਤ ਨੇ, ਬੜੀਆਂ ਭੈਣਾਂ ਨੇ ਜਿਨ੍ਹਾਂ ਨੇ ਮੈਨੂੰ ਇਹ ਮੈਸੇਜ ਕੀਤਾ ਕਿ ਭਾਈ ਵਸੀਮ ਤੁਸੀਂ ਅੱਲਾ ਦੀ ਰਜ਼ਾ ਵਾਸਤੇ ਵੀਡੀਓ ਪਾਓ, ਅਸੀਂ ਤੁਹਾਡੇ ਤੋਂ ਬਹੁਤ ਕੁਝ ਸਿੱਖਦੇ ਹਾਂ। ਤੇ ਮੈਂ ਅਲਹਮਦੁਲਿਲਾ ਰੋਜ਼ਮਰਾ ਇੱਕ ਨਵਾਂ ਪੈਗਾਮ ਦੇ ਰਿਹਾ।